ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ ਕੈਨੇਡਾ ਕੋਵਿਡ ਦੇ ਮੁਸ਼ਕਿਲ ਦੌਰ ਚੋਂ ਲੰਘ ਰਿਹਾ ਸੀ ਤੇ ਫਰੰਟ ਲਾਈਨ ਵਰਕਰ ਦੇ ਨਾਲ ਇੱਕ ਬਹੁਤ ਵੱਡਾ ਤਬਕਾ ਜਿਸ ਨੇ ਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਕੰਟਰੀਬਿਊਸ਼ਨ ਕੀਤੀ ਉਹ ਸੀ ਇੰਟਰਨੈਸ਼ਨਲ ਸਟੂਡੈਂਟਸ। ਬੇਸ਼ੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਕੰਟਰੀਬਿਊਸ਼ਨ ਨੂੰ ਕੁਆਂਟੀਫਾਈ ਨਹੀਂ ਕੀਤਾ ਜਾ ਸਕਦਾ ਪਰ ਮਹਿਸੂਸ ਜ਼ਰੂਰ ਕੀਤਾ ਜਾ ਸਕਦਾ ਹੈ। ਹਰ ਸਾਲ ਲੱਖਾਂ ਹੀ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਬਿਹਤਰ ਭਵਿੱਖ ਲਈ ਤੇ ਹਾਇਰ ਸਟੱਡੀਜ਼ ਲਈ ਕੈਨੇਡਾ ਆਉਂਦੇ ਨੇ। ਘਰ ਤੇ ਘਰਦਿਆਂ ਤੋਂ ਦੂਰ ਕਿਸੇ ਦੂਸਰੇ ਮੁਲਕ 'ਚ ਸੈਟਲ ਹੋਣਾ ਕੋਈ ਆਸਾਨ ਕੰਮ ਤਾਂ ਨਹੀਂ। ਰੈਂਟ, ਪੜ੍ਹਾਈ ਦਾ ਖਰਚਾ, ਗ੍ਰੋਸਰੀ, ਫਿਰ ਪੜ੍ਹਾਈ ਤੇ ਕੰਮ ਦਾ ਬੈਲੈਂਸ ਤੇ ਕਈਆਂ ਨੇ ਪਿੱਛੇ ਵੀ ਸਪੋਰਟ ਕਰਨਾ ਹੁੰਦਾ ਹੈ। ਬਹੁਤ ਸਾਰੇ ਚੈਲੰਜਸ ਫੇਸ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ। ਪਰ ਮੈਂ ਅੱਜ ਆਪਣੇ ਤਜਰਬੇ ਦੇ ਵਿੱਚੋਂ ਕੁਝ ਅਜਿਹੇ ਚੈਲੰਜ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਜੋ ਮੈਂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਚੈਲੰਜਸ ਵਿੱਚੋਂ ਗੁਜ਼ਰ ਰਹੇ ਨੇ। ਸਟੂਡੈਂਟ ਮਿਹਨਤ ਤਾਂ ਬਹੁਤ ਕਰਦੇ ਨੇ, ਔਰ ਜੌਬਸ ਤੇ ਔਡ ਆਵਰਸ ਦੇ ਉੱਤੇ ਕੰਮ ਕਰਨ ਨੂੰ ਨਾ ਨਹੀਂ ਕਰਦੇ, ਪਰ ਜਦੋਂ ਗੱਲ ਫਾਈਨੈਂਸਿਸ ਨੂੰ ਮੈਨੇਜ ਕਰਨ ਦੀ ਆਉਂਦੀ ਹੈ ਜਾਂ ਤਾਂ ਫਿਰ ਟਾਈਮ ਦੀ ਕਮੀ ਜਾਂ ਫਿਰ ਨੌਲੇਜ ਨਾ ਹੋਣ ਕਰਕੇ ਜਾਂ ਫਿਰ ਸਹੀ ਐਡਵਾਈਜ਼ਰ ਨਾ ਮਿਲਿਆ ਹੋਣ ਕਰਕੇ ਮੈਂ ਅਕਸਰ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਮੈਟਰਸ ਵਿੱਚ ਸਟਰਗਲ ਕਰਦੇ ਹੋਏ ਵੇਖਿਆ ਹੈ। ਵੈਸੇ ਤਾਂ ਸਟੂਡੈਂਟਸ ਬਹੁਤ ਸਾਰੇ ਚੈਲੰਜਸ ਫੇਸ ਕਰ ਰਹੇ ਨੇ ਜਿਹੜੇ ਦੇ ਵਿੱਚੋਂ ਕਿ ਫਾਈਨੈਂਸ਼ੀਅਲ ਚੈਲੰਜਸ ਵੀ ਇੱਕ ਨੇ। ਅੱਜ ਦੇ ਐਪੀਸੋਡ ਦੇ ਵਿੱਚ ਮੈਂ ਇਸ ਦਾ ਦਾਇਰਾ ਰੱਖਾਂਗਾ ਇੰਸ਼ੋਰੈਂਸ ਤੇ ਇਨਵੈਸਟਮੈਂਟ ਤੱਕ ਸੀਮਿਤ ਕਿ ਕਿਹੜੇ ਐਸੇ ਚੈਲੰਜਸ ਨੇ ਜਿਹੜੇ ਕਿ ਸਟੂਡੈਂਟਸ ਇੰਸ਼ੋਰੈਂਸ ਤੇ ਇਨਵੈਸਟਮੈਂਟਸ ਦੇ ਬਾਬਤ ਫੇਸ ਕਰ ਰਹੇ ਨੇ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹਰ ਸੋਮਵਾਰ ਤੁਹਾਡੇ ਲਈ ਲੈ ਕੇ ਆਈਏ ਇੱਕ ਨਵਾਂ ਫੰਡਾ ਐਵਰੀ ਮੰਡੇ ਸਿੰਘ ਦੇ ਫੰਡੇ ਦੇ ਉੱਤੇ। ਕੈਨੇਡਾ ਦੇ ਵਿੱਚ ਸਟੂਡੈਂਟਸ ਦੇ ਸਟਰਗਲ ਸ਼ਾਇਦ ਇੱਕ ਦੂਜੇ ਦੇ ਭਰਾਵਾਚੀ ਬਣ ਚੁੱਕੇ ਨੇ। ਇਹ ਨਹੀਂ ਹੈਗਾ ਕਿ ਸਟੂਡੈਂਟਸ ਕਮਾਈ ਨਹੀਂ ਕਰਦੇ, ਸਟੂਡੈਂਟਸ ਪੈਸਾ ਕਮਾਉਂਦੇ ਨੇ, ਪਰ ਜਦੋਂ ਗੱਲ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਆਉਂਦੀ ਹੈ ਤੇ ਟਾਈਮ ਤੇ ਐਕਸਪੀਰੀਅੰਸ ਨਾ ਹੋਣ ਕਰਕੇ ਅਕਸਰ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਵੇਖਿਆ ਗਿਆ ਹੈ। ਘਰ ਤੋਂ ਲਿਆਂਦੀ GIC ਤਾਂ ਇੱਕ ਸਾਲ ਦੇ ਵਿੱਚ ਖਤਮ ਹੋ ਜਾਂਦੀ ਹੈ ਤੇ ਬਾਅਦ ਦੀ ਕਮਾਈ ਖਰਚਿਆਂ ਦੇ ਵਿੱਚ ਸੇਵਿੰਗ ਪ੍ਰਾਇੋਰਟੀ ਨਹੀਂ ਹੁੰਦੀ। ਪਰ ਜਦੋਂ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆਉਂਦਾ ਹੈ ਤਾਂ ਸੇਵਿੰਗ ਨਾ ਕਰਨ ਦਾ ਅਫਸੋਸ ਹਮੇਸ਼ਾ ਹੀ ਹੁੰਦਾ ਹੈ। ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਕਿ ਕੈਨੇਡਾ ਦੇ ਵਿੱਚ ਸਟੂਡੈਂਟਸ ਲਈ ਸੇਵਿੰਗ ਦੇ ਕੀ ਆਪਸ਼ਨਸ ਨੇ। ਸੇਵਿੰਗਸ ਦਾ ਸਭ ਤੋਂ ਪਹਿਲਾ ਆਪਸ਼ਨ ਹੈ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ। ਜਦੋਂ ਤੁਸੀਂ ਬੈਂਕ ਦੇ ਵਿੱਚ ਅਕਾਊਂਟ ਖੁਲਾਉਣ ਜਾਂਦੇ ਹੋ ਤਾਂ ਇਹ ਦੋ ਤਰ੍ਹਾਂ ਦੇ ਅਕਾਊਂਟ ਤੁਹਾਡੇ ਖੋਲ੍ਹ ਦਿੱਤੇ ਜਾਂਦੇ ਨੇ। ਪਹਿਲੇ ਨੂੰ ਕਹਿੰਦੇ ਨੇ ਚੈਕਿੰਗ ਅਕਾਊਂਟ, ਦੂਸਰਾ ਹੈ ਸੇਵਿੰਗ ਅਕਾਊਂਟ। ਚੈਕਿੰਗ ਅਕਾਊਂਟ ਤੁਹਾਡਾ ਰੋਜ਼ਮਰਰਾ ਦਾ ਅਕਾਊਂਟ ਜਿਸ ਦੇ ਵਿੱਚ ਤੁਹਾਡੀਆਂ ਸੈਲਰੀਜ਼ ਆਉਣਗੀਆਂ ਤੇ ਤੁਸੀਂ ਆਪਣੇ ਐਕਸਪੈਂਸਿਸ ਕਰੋਗੇ, ਜਦਕਿ ਦੂਸਰਾ ਅਕਾਊਂਟ ਸੇਵਿੰਗਸ ਅਕਾਊਂਟ ਕਿਹਾ ਜਾਂਦਾ ਹੈ ਜਿਸ ਵਿੱਚ ਕਿ ਤੁਸੀਂ ਵਾਧੂ ਰਕਮ ਨੂੰ ਜੋੜ ਸਕਦੇ ਹੋ ਜਾਂ ਉੱਥੇ ਉਹਨੂੰ ਡਿਪੋਜ਼ਿਟ ਰੱਖ ਸਕਦੇ ਹੋ। ਹੁਣ ਚੈਕਿੰਗ ਅਕਾਊਂਟ ਦੇ ਵਿੱਚ ਅਸੀਂ ਰੋਜ਼ਮਰਰਾ ਦੇ ਖਰਚੇ ਕਰਨੇ ਹੁੰਦੇ ਨੇ ਜਦਕਿ ਸੇਵਿੰਗ ਦੇ ਵਿੱਚੋਂ ਇਹ ਖਰਚਾ ਅਸੀਂ ਨਹੀਂ ਕਰਨਾ ਹੁੰਦਾ। ਕਿਉਂਕਿ ਇੱਕ ਫੰਡਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਸੇਵਿੰਗ ਅਕਾਊਂਟ ਦੇ ਵਿੱਚੋਂ ਆਪਣਾ ਰੋਜ਼ਮਰਰਾ ਦਾ ਖਰਚਾ ਕਰਦੇ ਹੋ ਤਾਂ ਕਈ ਬੈਂਕ ਹਰ ਟ੍ਰਾਂਜੈਕਸ਼ਨ ਦੇ ਉੱਤੇ $5 ਦਾ ਚਾਰਜ ਲੈਂਦੇ ਨੇ। ਇਸ ਲਈ ਜੇਕਰ ਤੁਸੀਂ ਆਪਣਾ ਚੈਕਿੰਗ ਅਕਾਊਂਟ ਬੈਲੈਂਸ ਲੋ ਕਰਕੇ ਨਹੀਂ ਯੂਜ਼ ਕਰ ਰਹੇ ਤਾਂ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਵਿੱਚੋਂ ਆਪਣੇ ਚੈਕਿੰਗ ਅਕਾਊਂਟ ਦੇ ਵਿੱਚ ਉਹ ਅਮਾਊਂਟ ਟ੍ਰਾਂਸਫਰ ਕਰਕੇ ਹੀ ਉਸ ਦਾ ਬਿੱਲ ਪੇ ਕਰੋ, ਨਾ ਕਿ ਡਾਇਰੈਕਟ ਸੇਵਿੰਗ ਅਕਾਊਂਟ ਤੋਂ। ਇਸ ਲਈ ਜਦੋਂ ਵੀ ਹੁਣ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਰਕਮ ਨੂੰ ਟ੍ਰਾਂਸਫਰ ਕਰਕੇ ਚੈਕਿੰਗ ਅਕਾਊਂਟ 'ਚ ਲੈ ਕੇ ਜਾਓਗੇ ਤਾਂ ਤੁਸੀਂ ਆਪਣੇ ਐਪ ਰਾਹੀਂ ਇਸ ਨੂੰ ਕਰ ਸਕਦੇ ਹੋ ਔਰ ਇਸ ਟ੍ਰਾਂਜੈਕਸ਼ਨ ਦੇ ਉੱਤੇ ਕੋਈ ਵੀ ਰਕਮ ਜਾਂ ਕੋਈ ਵੀ ਫੀ ਨਹੀਂ ਲੱਗੇਗੀ। ਪਰ ਜੇਕਰ ਤੁਸੀਂ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਔਰ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਵਿੱਚੋਂ ਆਪਣੇ ਬਿੱਲ ਦੀ ਪੇਮੈਂਟ ਦਿੰਦੇ ਰਹੋਗੇ ਤਾਂ ਹਰ ਪੇਮੈਂਟ ਦੇ ਉੱਤੇ $5 ਦਾ ਤੁਹਾਨੂੰ ਖਰਚਾ ਪੈਂਦਾ ਰਹੇਗਾ। ਸੋ ਰਕਮ ਬਚਾਉਣ ਦਾ ਜਾਂ ਪੈਸੇ ਸੇਵ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਯੂਜ਼ ਯੂਰ ਚੈਕਿੰਗ ਅਕਾਊਂਟ ਨਾਟ ਯੂਰ ਸੇਵਿੰਗ ਅਕਾਊਂਟ। ਸੇਵਿੰਗ ਅਕਾਊਂਟ ਸਿਰਫ ਸੇਵਿੰਗ ਲਈ ਹੈ ਔਰ ਚੈਕਿੰਗ ਅਕਾਊਂਟ ਤੁਹਾਡੇ ਰੋਜ਼ਮਰਰਾ ਦੇ ਖਰਚੇ ਦੇ ਲਈ ਹੈ। ਸੇਵਿੰਗਸ ਨੂੰ ਲੈ ਕੇ ਦੂਸਰਾ ਫੰਡਾ ਹੈ ਫਾਈਨੈਂਸ਼ੀਅਲ ਡਿਸਿਪਲਿਨ ਦਾ। ਫਾਈਨੈਂਸ਼ੀਅਲ ਡਿਸਿਪਲਿਨ ਦਾ ਮਤਲਬ ਇਹ ਕਿਤੇ ਵੀ ਨਹੀਂ ਕਿ ਤੁਸੀਂ ਆਪਣੇ ਖਰਚੇ ਘੱਟ ਕਰ ਦੇਣੇ ਜਾਂ ਤੁਸੀਂ ਖਰਚਣਾ ਬੰਦ ਕਰ ਦੇਣਾ ਹੈ। ਫਾਈਨੈਂਸ਼ੀਅਲ ਡਿਸਿਪਲਿਨ ਦਾ ਮਤਲਬ ਹੈ ਕਿ ਤੁਸੀਂ ਆਪਣੇ ਪੈਸੇ ਦੀ ਸਹੀ ਸੰਭਾਲ ਜਾਂ ਸਹੀ ਤਰੀਕੇ ਨਾਲ ਇਨਵੈਸਟਮੈਂਟ ਕਰਨੀ ਹੈ। ਹੁਣ ਸੇਵਿੰਗ ਅਕਾਊਂਟਸ ਦੇ ਵਿੱਚ ਪੈਸੇ ਰੱਖਣ ਦਾ ਮਤਲਬ ਇਹ ਹੈ ਕਿ ਅਸੀਂ ਉਸ ਪੈਸੇ ਨੂੰ ਸੇਵ ਕਰ ਰਹੇ ਹਾਂ, ਪਰ ਜੇਕਰ ਉਸ ਰਕਮ ਨੂੰ ਅਸੀਂ ਇਨਵੈਸਟ ਨਹੀਂ ਕਰ ਰਹੇ ਤਾਂ ਉਹ ਰਕਮ ਗਰੋ ਨਹੀਂ ਕਰੇਗੀ, ਉਹ ਰਕਮ ਵਧੇਗੀ ਨਹੀਂ। ਹੁਣ ਜੇਕਰ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਡੀ ਰਕਮ ਪਈ ਰਹਿੰਦੀ ਹੈ ਉਸ 'ਤੇ ਬਹੁਤ ਹੀ ਨਾਮਾਤਰ ਜਿਹਾ ਵਿਆਜ ਮਿਲਦਾ ਹੈ, ਲੇਕਿਨ ਉਸ ਵਿਆਜ ਦੇ ਉੱਤੇ ਵੀ ਸਾਨੂੰ ਟੈਕਸ ਦੇਣਾ ਪੈ ਸਕਦਾ ਹੈ। ਹੁਣ ਮੈਂ ਡਿਸਕਸ ਕਰਾਂਗਾ ਇੱਕ ਐਸੀ ਆਪਸ਼ਨ ਜਿਹਦੇ ਵਿੱਚ ਕਿ ਤੁਸੀਂ ਸੇਵਿੰਗ ਅਕਾਊਂਟ ਵਾਂਗ ਹੀ ਰਕਮ ਨੂੰ ਸੇਵ ਵੀ ਕਰ ਸਕਦੇ ਹੋ, ਇਨਵੈਸਟ ਵੀ ਕਰ ਸਕਦੇ ਹੋ ਤੇ ਉਸ ਦੀ ਇਨਵੈਸਟਮੈਂਟ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਮੈਂ ਗੱਲ ਕਰ ਰਿਹਾ ਹਾਂ TFSA ਦੀ
ਟੈਕਸ ਫ੍ਰੀ ਸੇਵਿੰਗ ਅਕਾਊਂਟ, ਇੱਕ ਐਸਾ ਅਕਾਊਂਟ ਜਿਸ ਦੇ ਵਿੱਚ ਰਕਮ ਜਮ੍ਹਾਂ ਕਰਵਾਉਣ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਤੇ ਰਕਮ ਕਢਵਾਉਣ ਵੇਲੇ ਵੀ ਕੋਈ ਟੈਕਸ ਨਹੀਂ ਲੱਗਦਾ। ਪਰ ਬਹੁਤ ਸਾਰੇ ਸਟੂਡੈਂਟਸ ਅਕਸਰ ਇਸ ਅਕਾਊਂਟ ਦੇ ਬਾਰੇ ਅਣਜਾਣ ਹੁੰਦੇ ਨੇ ਤਾਂ ਉਹ ਇਸ ਅਕਾਊਂਟ ਨੂੰ ਖੁਲਵਾਉਂਦੇ ਨਹੀਂ ਔਰ ਇਸ ਅਕਾਊਂਟ ਦਾ ਫਾਇਦਾ ਨਹੀਂ ਲੈ ਸਕਦੇ। ਜਦਕਿ ਇਸ ਅਕਾਊਂਟ ਨੂੰ ਅਗਰ ਤੁਸੀਂ 3 ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਖੁਲਵਾ ਸਕਦੇ ਹੋ। ਪਹਿਲੀ ਸ਼ਰਤ ਕਿ ਤੁਹਾਡੀ ਉਮਰ 18 ਸਾਲ ਜਾਂ 18 ਸਾਲ ਤੋਂ ਜ਼ਿਆਦਾ ਚਾਹੀਦੀ ਹੈ। ਦੂਸਰੀ ਸ਼ਰਤ ਤੁਹਾਡੇ ਕੋਲ ਵੈਲਿਡ SIN ਹੋਣਾ ਚਾਹੀਦਾ ਹੈ ਤੇ ਤੀਸਰਾ ਤੁਸੀਂ ਕੈਨੇਡੀਅਨ ਰੈਜ਼ੀਡੈਂਟ ਹੋਣੇ ਚਾਹੀਦੇ ਹੋ। ਹੁਣ TFSA ਦੇ ਵਿੱਚ ਰਕਮ ਜਦੋਂ ਜਮ੍ਹਾਂ ਕਰਵਾਈ ਜਾਂਦੀ ਹੈ ਉਸ ਦੇ ਉੱਤੇ ਟੈਕਸ ਨਹੀਂ ਲੱਗਦਾ। ਜਦੋਂ ਉਸ ਰਕਮ ਦੀ ਗਰੋਥ ਹੁੰਦੀ ਹੈ ਉਸ 'ਤੇ ਟੈਕਸ ਨਹੀਂ ਲੱਗਦਾ ਔਰ ਜਦੋਂ ਤੁਸੀਂ ਕਿਸੇ ਲੋਡ ਕਰਕੇ ਉਸ ਰਕਮ ਨੂੰ ਕਢਵਾਉਂਦੇ ਹੋ ਤਾਂ ਉਸ 'ਤੇ ਟੈਕਸ ਨਹੀਂ ਪੈਂਦਾ। ਜਦ ਕਿ ਇਸ ਦੇ ਉਲਟ ਅਗਰ ਤੁਹਾਡੀ ਉਹ ਰਕਮ ਬੈਂਕ ਦੇ ਵਿੱਚ ਸੇਵਿੰਗ ਅਕਾਊਂਟ ਵਿੱਚ ਹੀ ਪਈ ਰਹਿੰਦੀ ਹੈ ਤੇ ਉਸ ਸੇਵਿੰਗ ਅਕਾਊਂਟ ਦੇ ਵਿੱਚ ਇੱਕ ਤਾਂ ਵਿਆਜ ਘੱਟ ਹੋਵੇਗਾ ਔਰ ਦੂਸਰੀ ਗੱਲ ਹੈ ਕਿ ਸੇਵਿੰਗ ਅਕਾਊਂਟ ਦੀ ਰਕਮ ਦੇ ਉੱਤੇ ਟੈਕਸ ਲੱਗੇਗਾ ਜੋ ਵੀ ਤੁਹਾਨੂੰ ਇੰਟਰਸਟ ਮਿਲੇਗਾ। ਇਸ ਦੇ ਉਲਟ TFSA ਦੀ ਗਰੋਥ ਉੱਤੇ ਕੋਈ ਟੈਕਸ ਨਹੀਂ ਲੱਗਦਾ। ਇਹ TFSA ਅਕਾਊਂਟ ਵੀ ਤੁਹਾਡੇ ਬੈਂਕ ਅਕਾਊਂਟ ਵਾਂਗ ਫਲੈਕਸੀਬਲ ਹੀ ਹੁੰਦਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਦੋਂ ਚਾਹੇ ਆਪਣੇ ਰਕਮ ਨੂੰ ਜਮ੍ਹਾਂ ਕਰਵਾ ਸਕਦੇ ਹੋ, ਜਦੋਂ ਚਾਹੇ ਤੁਸੀਂ ਉਸ ਰਕਮ ਨੂੰ ਕਢਵਾ ਵੀ ਸਕਦੇ ਹੋ। ਪਰ ਹਾਂ, ਇਸ ਦੇ ਵਿੱਚ ਰਕਮ ਜਮ੍ਹਾਂ ਕਰਵਾਉਣ ਦੀ ਹਰ ਸਾਲ ਦੀ ਇੱਕ ਤੈਅਸ਼ੁਦਾ ਲਿਮਿਟ ਹੁੰਦੀ ਹੈ ਜਿਸ ਤੋਂ ਬਾਅਦ ਤੁਸੀਂ ਰਕਮ ਨਹੀਂ ਜਮ੍ਹਾਂ ਕਰਵਾ ਸਕਦੇ। ਲੇਕਿਨ ਜੇਕਰ ਤੁਸੀਂ ਘੱਟ ਤੋਂ ਘੱਟ $50 ਦੇ ਨਾਲ ਵੀ ਇਹ ਅਕਾਊਂਟ ਖੁਲਵਾ ਲੈਂਦੇ ਹੋ ਤਾਂ ਸਾਲ ਬਾਅਦ $600 ਤਾਂ ਬਣ ਹੀ ਜਾਂਦੇ ਨੇ। ਹੁਣ TFSA ਅਕਾਊਂਟ ਖੁਲਵਾਉਣ ਲਈ ਤੁਸੀਂ ਬੈਂਕ ਜਾਂ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਵੀ ਕੰਟੈਕਟ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਪਰਸਨਲ ਐਡਵਾਈਜ਼ਰ ਹੈ ਤਾਂ ਯੂ ਕੈਨ ਕਾਲ ਦੈਟ ਗਾਏ ਟੂ ਓਪਨ TFSA ਅਕਾਊਂਟ। ਸ਼ਰਤਾਂ ਅਗਰ ਤੁਸੀਂ ਪੂਰੀਆਂ ਕਰਦੇ ਹੋ, ਉਮਰ ਦੀ ਸ਼ਰਤ, SIN ਨੰਬਰ ਦੀ ਔਰ ਕੈਨੇਡੀਅਨ ਰੈਜ਼ੀਡੈਂਸੀ ਦੀ। ਹੁਣ ਇਸ TFSA ਦੇ ਵਿੱਚ ਨਾ ਸਿਰਫ ਤੁਸੀਂ ਆਪਣੀ ਰਕਮ ਜੋੜ ਸਕਦੇ ਹੋ ਬਲਕਿ ਤੁਸੀਂ ਇਸ TFSA ਰਾਹੀਂ ਆਪਣੀ ਇਨਵੈਸਟਮੈਂਟਸ ਵੀ ਕਰ ਸਕਦੇ ਹੋ। ਇਸ ਇਨਵੈਸਟਮੈਂਟਸ ਉੱਤੇ ਕੋਈ ਟੈਕਸ ਨਹੀਂ ਲੱਗਦਾ, ਇਨਵੈਸਟਮੈਂਟ ਦੀ ਗਰੋਥ ਉੱਤੇ ਕੋਈ ਟੈਕਸ ਨਹੀਂ ਲੱਗਦਾ। ਲੇਕਿਨ ਅਗਰ ਮੈਂ ਇਸ ਨੂੰ ਕੰਪਲਸਰੀ ਸੇਵਿੰਗ ਕਹਾਂ ਤਦ ਵੀ ਗਲਤ ਨਹੀਂ ਹੋਵੇਗਾ, ਕਿਉਂਕਿ ਜੇਕਰ ਤੁਸੀਂ ਇੱਕ ਪੈਕ ਯਾਨੀ ਕਿ ਪ੍ਰੀ ਆਥੋਰਾਈਜ਼ ਕੰਟਰੀਬਿਊਸ਼ਨ ਦਾ ਸਿਸਟਮ ਅਡਾਪਟ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਬੈਂਕ ਤੋਂ ਹਰ ਮਹੀਨੇ ਆਪਣੇ ਅਕਾਊਂਟ ਦੇ ਵਿੱਚੋਂ TFSA ਅਕਾਊਂਟ ਵਿੱਚ ਇੱਕ ਫਿਕਸ ਅਮਾਊਂਟ ਟ੍ਰਾਂਸਫਰ ਕਰਦੇ ਹੋ ਤਾਂ ਇਹ ਕੰਟਰੀਬਿਊਸ਼ਨ ਲਗਾਤਾਰ ਜੁੜਦੀ ਜਾਵੇਗੀ। ਔਰ ਕਹਿੰਦੇ ਨੇ ਨਾ ਕਿ ਬੂੰਦ ਬੂੰਦ ਨਾਲ ਤਾਂ ਘੜਾ ਵੀ ਭਰ ਜਾਂਦਾ ਹੈ ਤੇ ਸਾਲ ਬਾਅਦ 2 ਸਾਲ ਬਾਅਦ ਤੁਹਾਡੀ TFSA ਦੇ ਵਿੱਚ ਰਕਮ ਜੁੜ ਸਕਦੀ ਹੈ ਜਿਹੜੀ ਕਿ ਕਿਸੇ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਹਾਡੇ ਕੰਮ ਆ ਸਕਦੀ ਹੈ। ਜੇਕਰ ਤੁਸੀਂ TFSA ਬਾਰੇ ਹੋਰ ਡਿਟੇਲ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ TFSA ਕੀ ਹੁੰਦਾ ਹੈ, TFSA ਕਿਵੇਂ ਕੰਮ ਕਰਦਾ ਹੈ ਤਾਂ TFSA ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਤੁਸੀਂ ਮੇਰੇ ਇਹਨਾਂ ਐਪੀਸੋਡਸ ਨੂੰ ਵੇਖ ਕੇ TFSA ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ। ਇੱਕ ਹੋਰ ਜਗ੍ਹਾ ਜਿੱਥੇ ਮੈਂ ਸਟੂਡੈਂਟਸ ਨੂੰ ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ ਨਿਕਲਦੇ ਹੋਏ ਦੇਖਿਆ ਹੈ ਉਹ ਹੈ ਮੈਡੀਕਲ ਐਮਰਜੈਂਸੀਜ਼ ਦੇ ਵਿੱਚ। ਜਦੋਂ ਤੁਸੀਂ ਪਬਲਿਕ ਕਾਲਜਸ ਦੇ ਵਿੱਚ ਐਡਮਿਸ਼ਨਸ ਲੈਂਦੇ ਹੋ ਤਾਂ ਬਹੁਤਾ ਤੌਰ ਤੇ ਤੁਹਾਡੀ ਫੀ ਦੇ ਵਿੱਚ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਵੀ ਕਵਰ ਕੀਤੀ ਗਈ ਹੁੰਦੀ ਹੈ, ਜਦਕਿ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਤੇ ਇਹ ਜ਼ਿੰਮੇਵਾਰੀ ਤੁਹਾਡੇ ਉੱਤੇ ਹੁੰਦੀ ਹੈ ਕਿ ਤੁਸੀਂ ਆਪਣੇ ਲਈ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਹੈ। ਪਰ ਇੱਥੇ ਇੱਕ ਮੈਂ ਫੰਡਾ ਬਹੁਤ ਜ਼ਰੂਰੀ ਦੱਸ ਦੇਣਾ ਚਾਹਾਂਗਾ ਕਿ ਤੁਹਾਡੀ ਕਾਲਜ ਵੱਲੋਂ ਦਿੱਤੀ ਗਈ ਮੈਡੀਕਲ ਐਮਰਜੈਂਸੀ ਇੰਸ਼ੋਰੈਂਸ ਪਾਲਿਸੀ ਦੀ ਕਵਰੇਜ ਤਦ ਤੱਕ ਹੀ ਹੁੰਦੀ ਹੈ ਜਦ ਤੱਕ ਤੁਸੀਂ ਉਸ ਕੋਰਸ ਵਿੱਚ ਐਨਰੋਲ ਰਹਿੰਦੇ ਹੋ। ਜਦੋਂ ਤੁਸੀਂ ਡ੍ਰੌਪ 'ਤੇ ਹੁੰਦੇ ਹੋ ਤਾਂ ਤੁਹਾਡੀ ਇਹ ਕਵਰੇਜ ਉਸ ਵੇਲੇ ਖਤਮ ਹੋ ਗਈ ਹੁੰਦੀ ਹੈ, ਜਦਕਿ ਬਹੁਤ ਵਾਰ ਸਟੂਡੈਂਟਸ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ। ਔਰ ਪਿਛਲੇ 3-4 ਸਾਲਾਂ ਤੋਂ ਮੈਂ ਆਪਣੇ ਤਜਰਬੇ ਤੋਂ ਦੱਸ ਸਕਦਾ ਕਿ ਘੱਟ ਤੋਂ ਘੱਟ 20 ਜਾਂ 25 ਐਸੇ ਸਟੂਡੈਂਟਸ ਨੇ ਜਿਨ੍ਹਾਂ ਦੀ ਮੈਂ ਚਾਹ ਕੇ ਵੀ ਮਦਦ ਨਹੀਂ ਕਰ ਸਕਿਆ ਕਿਉਂਕਿ ਉਹ ਡ੍ਰੌਪ 'ਤੇ ਸੀ, ਉਹਨਾਂ ਨੂੰ ਮੈਡੀਕਲ ਕ੍ਰਾਈਸਿਸ ਆਇਆ ਲੇਕਿਨ ਉਹਨਾਂ ਦੇ ਕੋਲ ਇੰਸ਼ੋਰੈਂਸ ਨਹੀਂ ਸੀ। ਇਸ ਦੇ ਨਾਲ ਜੁੜਿਆ ਇੱਕ ਫੈਕਟ ਇਹ ਵੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਸਪਾਊਸਿਸ ਮੈਡੀਕਲ ਐਮਰਜੈਂਸੀ ਇੰਸ਼ੋਰੈਂਸ ਨਹੀਂ ਲੈਂਦੇ। ਹੁਣ ਸਟੂਡੈਂਟਸ ਤਾਂ ਆਪਣੇ ਕਾਲਜ ਵੱਲੋਂ ਦਿੱਤੀ ਹੋਈ ਪਾਲਿਸੀ ਦੇ ਹੇਠਾਂ ਕਵਰ ਹੁੰਦੇ ਨੇ ਪਰ ਉਹਨਾਂ ਦੇ ਸਪਾਊਸਿਸ ਨਹੀਂ। ਇੱਥੇ ਮੈਂ ਇੱਕ ਫੰਡਾ ਦੱਸ ਦੇਣਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਕਾਲਜ ਵੱਲੋਂ ਦਿੱਤੀ ਹੋਈ ਪਾਲਿਸੀ ਵਿੱਚ ਕਵਰਡ ਹੋ ਤਾਂ ਤੁਸੀਂ ਆਪਣੇ ਕਾਲਜ ਨਾਲ ਗੱਲਬਾਤ ਕਰਕੇ ਟਰਮਸ ਐਂਡ ਕੰਡੀਸ਼ਨ ਦੇ ਹਿਸਾਬ ਨਾਲ ਆਪਣੇ ਸਪਾਊਸਿਸ ਜਾਂ ਆਪਣੇ ਪੇਰੈਂਟਸ ਨੂੰ ਵੀ ਉਸ ਪਾਲਿਸੀ ਦੇ ਹੇਠਾਂ ਕਵਰ ਕਰਵਾ ਸਕਦੇ ਹੋ। ਇੰਟਰਨੈਸ਼ਨਲ ਸਟੂਡੈਂਟਸ ਦੀਆਂ ਪਾਲਿਸੀਜ਼ ਬੜੀਆਂ ਕੰਪੀਟੀਟਿਵ ਤੇ ਬੜੀਆਂ ਕੰਪਰੀਹੈਂਸਿਵ ਕਵਰੇਜ ਵਾਲੀਆਂ ਹੁੰਦੀਆਂ ਨੇ। ਜੇਕਰ ਤੁਸੀਂ ਇਹਨਾਂ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਪਾਲਿਸੀਜ਼ ਨੂੰ ਕੰਪੇਅਰ ਕਰ ਸਕਦੇ ਹੋ, ਉਹਨਾਂ ਦਾ ਕੋਟ ਲੈ ਸਕਦੇ ਹੋ ਤੇ ਉਹਨਾਂ ਦੇ ਫੀਚਰਸ ਨੂੰ ਵੇਖ ਸਕਦੇ ਹੋ। ਇਹ ਹੈ truevisit.ca। ਫਾਈਨੈਂਸ਼ੀਅਲ ਮੈਨੇਜਮੈਂਟ ਵਿੱਚ ਤੀਸਰਾ ਪੁਆਇੰਟ ਮੈਂ ਡਿਸਕਸ ਕਰਨਾ ਚਾਹਾਂਗਾ ਉਹ ਹੈ ਲਾਈਫ ਇੰਸ਼ੋਰੈਂਸ, ਜਿਹੜਾ ਕਿ ਸ਼ਾਇਦ ਸਟੂਡੈਂਟਸ ਦੀ ਬਕਟ ਲਿਸਟ ਵਿੱਚ ਸਭ ਤੋਂ ਥੱਲੇ ਹੈ।
ਪਿਛਲੇ ਕੁਝ ਸਮੇਂ ਦੌਰਾਨ ਕੋਵਿਡ ਨੇ ਸਾਰਿਆਂ ਨੂੰ ਬਹੁਤ ਬੁਰੀ ਤਰ੍ਹਾਂ ਇੰਪੈਕਟ ਕੀਤਾ ਔਰ ਇਸ ਦਾ ਪ੍ਰਭਾਵ ਸਟੂਡੈਂਟਸ ਉੱਤੇ ਜ਼ਿਆਦਾ ਪਿਆ। ਮੈਂਟਲ ਸਟ੍ਰੈਸ ਪਿਛਲੇ ਕੁਝ ਸਮੇਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਵੇਖੀ ਗਈ ਔਰ ਉਸ ਦਾ ਅੰਜਾਮ ਕੀ ਹੋਇਆ ਕਿ ਸੁਸਾਈਡ ਰੇਟਸ ਬਹੁਤ ਵੱਧ ਗਏ। ਅਕਸਰ ਆਏ ਦਿਨ ਗੋਫੰਡਮੀ ਦੇ ਵਿੱਚ ਕਿਸੇ ਨਾ ਕਿਸੇ ਸਟੂਡੈਂਟ ਦੇ ਬਾਬਤ ਕੋਈ ਨਾ ਕੋਈ ਡੋਨੇਸ਼ਨ ਦੀ ਅਪੀਲ ਵੇਖਣ ਨੂੰ ਮਿਲਦੀ ਹੈ ਔਰ ਬਹੁਤ ਦੁੱਖ ਲੱਗਦਾ ਹੈ ਕਿ ਕੀ ਲਾਈਫ ਇੰਸ਼ੋਰੈਂਸ ਲੈਣਾ ਇੰਨਾ ਜ਼ਿਆਦਾ ਮਹਿੰਗਾ ਹੈ, ਕਾਰ ਇੰਸ਼ੋਰੈਂਸ ਨਾਲੋਂ ਵੀ, ਤੁਹਾਡੇ ਰੋਜ਼ਾਨਾ ਕੌਫੀ ਦੇ ਕੱਪ ਨਾਲੋਂ ਵੀ। ਅਕਸਰ ਸਟੂਡੈਂਟਸ ਇਹ ਕਹਿੰਦੇ ਸੁਣੀਦੇ ਨੇ ਕਿ ਲਾਈਫ ਇੰਸ਼ੋਰੈਂਸ ਦੀ ਅਜੇ ਕੀ ਲੋੜ ਹੈ, ਜਾਂ ਕੁਝ ਇਹ ਵੀ ਸੋਚਦੇ ਨੇ ਕਿ ਲਾਈਫ ਇੰਸ਼ੋਰੈਂਸ ਮਹਿੰਗੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਕੀ ਕੋਈ ਵੀ ਕ੍ਰਾਈਸਿਸ ਕਿਸੇ ਉਮਰ ਦੇ ਮੁਤਾਬਕ ਆਉਂਦਾ ਹੈ। ਬੁਰਾ ਵਕਤ ਤਾਂ ਕਿਸੇ ਵੀ ਉਮਰ ਤੇ ਆ ਸਕਦਾ ਹੈ। ਔਰ ਦੂਸਰਾ ਗੱਲ, ਕੀ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਲਾਈਫ ਇੰਸ਼ੋਰੈਂਸ ਦਾ ਖਰਚਾ ਤੁਹਾਡੇ ਰੋਜ਼ਾਨਾ ਦੇ ਕੌਫੀ ਦੇ ਕੱਪ ਦੇ ਖਰਚੇ ਨਾਲੋਂ ਵੀ ਘੱਟ ਹੋ ਸਕਦਾ ਹੈ। ਲੇਕਿਨ ਜ਼ਰੂਰਤ ਹੈ ਲਾਈਫ ਇੰਸ਼ੋਰੈਂਸ ਨੂੰ ਪ੍ਰਾਇੋਰਿਟੀ ਬਣਾਉਣ ਦੀ, ਨਹੀਂ ਤਾਂ ਫਿਰ ਕੀ ਹੋਵੇਗਾ ਕਿ ਕਿਸੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਸਿਰਫ ਤੁਸੀਂ ਇਫੈਕਟ ਨਹੀਂ ਹੋਵੋਗੇ, ਹੋ ਸਕਦਾ ਹੈ ਤੁਹਾਡੇ ਤੋਂ ਬਾਅਦ ਤੁਹਾਡਾ ਪਰਿਵਾਰ ਵੀ ਉਸ ਨਾਲ ਪ੍ਰਭਾਵਿਤ ਹੋ ਜਾਵੇ। ਸੋ ਇਸ ਲਈ ਲਾਈਫ ਇੰਸ਼ੋਰੈਂਸ ਨਾ ਤਾਂ ਮਹਿੰਗੀ ਹੈ ਔਰ ਨਾ ਹੀ ਲਾਈਫ ਇੰਸ਼ੋਰੈਂਸ ਨੂੰ ਲੈਣ ਦਾ ਕੋਈ ਸਮਾਂ ਬਹੁਤ ਜਲਦੀ ਹੈ, ਕਿਉਂਕਿ ਛੋਟੀ ਉਮਰ ਦੇ ਵਿੱਚ ਲਾਈਫ ਇੰਸ਼ੋਰੈਂਸ ਦੀ ਕਿਸ਼ਤ ਵੀ ਘੱਟ ਹੁੰਦੀ ਹੈ ਔਰ ਤੁਹਾਡੀ ਸਿਹਤ ਵੀ ਅੱਛੀ ਹੁੰਦੀ ਹੈ। ਪਰ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਉਵੇਂ ਤੁਹਾਡੇ ਉੱਤੇ ਰਿਸਕ ਵੱਧਦਾ ਹੈ ਤੇ ਤੁਹਾਡੀ ਕਿਸ਼ਤ ਵੀ ਮਹਿੰਗੀ ਹੋ ਜਾਂਦੀ ਹੈ। ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਵੀ ਵੇਖਿਆ ਗਿਆ ਹੈ ਕਿ ਈਵਨ ਸਟੂਡੈਂਟਸ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਇੰਸ਼ੋਰੈਂਸ ਮਿਲ ਤੋਂ ਇਨਕਾਰੀ ਹੋ ਗਈ ਹੈ। ਸੋ ਇਸ ਕਰਕੇ ਇੰਸ਼ੋਰੈਂਸ ਵੀ ਤੁਹਾਡੀ ਬਕਟ ਲਿਸਟ ਵਿੱਚ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਲੈ ਕੇ। ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਲੈ ਕੇ ਮੈਂ ਇੱਕ ਫੰਡਾ ਇੱਥੇ ਹੋਰ ਡਿਸਕਸ ਕਰਨਾ ਚਾਹਾਂਗਾ, ਉਹ ਹੈ ਕ੍ਰੈਡਿਟ ਕਾਰਡ ਬਾਰੇ। ਵੈਸੇ ਕ੍ਰੈਡਿਟ ਕਾਰਡ ਕਿਵੇਂ ਇਸਤੇਮਾਲ ਕਰਨਾ ਹੈ, ਕ੍ਰੈਡਿਟ ਕਾਰਡ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਮੈਂ ਆਪਣੇ ਇੱਕ ਐਪੀਸੋਡ ਦੇ ਵਿੱਚ ਇਸ ਬਾਰੇ ਦੱਸ ਚੁੱਕਾ ਹਾਂ, ਜਿਹੜਾ ਕਿ ਤੁਸੀਂ ਇਸ ਤੋਂ ਦੇਖ ਸਕਦੇ ਹੋ। ਅੱਜ ਮੈਂ ਇੱਕ ਫੰਡਾ ਡਿਸਕਸ ਕਰਨਾ ਚਾਹਾਂਗਾ ਕ੍ਰੈਡਿਟ ਕਾਰਡ ਬਾਰੇ। ਬਹੁਤ ਇੰਪੋਰਟੈਂਟ ਫੰਡਾ ਇਹ ਹੈ ਕਿ ਕਦੇ ਵੀ ਆਪਣੇ ਬਿੱਲ ਭਰਨ ਦੇ ਵਿੱਚ ਡਿਫਾਲਟਰ ਨਾ ਹੋਵੋ, ਕਿਉਂਕਿ ਤੁਹਾਡੀ ਕ੍ਰੈਡਿਟ ਹਿਸਟਰੀ ਹੀ ਤੁਹਾਡਾ ਫਾਈਨੈਂਸ਼ੀਅਲ ਫਿਊਚਰ ਤੈਅ ਕਰੇਗੀ। ਕੱਲ੍ਹ ਨੂੰ ਮੌਰਗੇਜ ਲੈਣੀ ਹੈ, ਕੈਨੇਡਾ ਵਿੱਚ ਸੈਟਲ ਹੋਣਾ ਹੈ, ਤੇ ਕ੍ਰੈਡਿਟ ਕਾਰਡ ਹਿਸਟਰੀ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਆਪਣੇ ਕ੍ਰੈਡਿਟ ਕਾਰਡ ਦੀ ਇੱਕ ਲਿਮਿਟ ਤੈਅ ਕਰਕੇ, ਜਿਸ ਨੂੰ ਮੈਂ ਅਕਸਰ ਕਹਿੰਦਾ ਹੈ ਕਿ 30-35% ਤੋਂ ਜ਼ਿਆਦਾ ਆਪਣਾ ਕ੍ਰੈਡਿਟ ਕਾਰਡ ਦਾ ਖਰਚਾ ਨਾ ਕੀਤਾ ਜਾਵੇ। ਔਰ ਇੱਕ ਹੋਰ ਸਭ ਤੋਂ ਇੰਪੋਰਟੈਂਟ ਫੰਡਾ ਜਿਹੜਾ ਕਿ ਕ੍ਰੈਡਿਟ ਕਾਰਡ ਦੇ ਵਿੱਚ ਅਕਸਰ ਗਲਤੀ ਨਾਲ ਹੋ ਜਾਂਦਾ ਹੈ, ਉਹ ਹੈ ਕਿ ਅਸੀਂ ਕ੍ਰੈਡਿਟ ਕਾਰਡ ਤੋਂ ਕੈਸ਼ ਵਿਦਡਰਾ ਕਰ ਲੈਂਦੇ ਹਾਂ। ਜਦੋਂ ਵੀ ਕ੍ਰੈਡਿਟ ਕਾਰਡ ਤੋਂ ਕੈਸ਼ ਵਿਦਡਰਾ ਕੀਤਾ ਜਾਂਦਾ ਹੈ ਤਾਂ ਉਸ ਦਾ ਇੰਟਰਸਟ ਉਸੇ ਸਮੇਂ ਤੋਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਕੈਸ਼ ਵਿਦਡਰਾ ਕਰਦੇ ਹੋ, ਔਰ ਉਸ ਦਾ ਇੰਟਰਸਟ ਰੇਟ ਬਾਕੀ ਇੰਟਰਸਟ ਰੇਟ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਕਰਕੇ ਕ੍ਰੈਡਿਟ ਕਾਰਡ ਨੂੰ ਲੈ ਕੇ ਇਹਨਾਂ ਫੰਡਿਆਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਕਿ ਬਿੱਲ ਦੀ ਡਿਫਾਲਟਰ, ਓਵਰ ਸਪੈਂਡਿੰਗ ਜਾਂ ਫਿਰ ਕ੍ਰੈਡਿਟ ਕਾਰਡ ਤੋਂ ਕੈਸ਼ ਵਿਦਡਰਾ ਨਾ ਕਰਵਾਇਆ ਜਾਵੇ। ਫਰੈਂਡਸ, ਫਾਈਨੈਂਸ਼ੀਅਲ ਮੈਨੇਜਮੈਂਟ ਲਈ ਤੁਹਾਨੂੰ ਕੋਈ ਸਪੈਸੀਫਿਕ ਪੜ੍ਹਾਈ ਕਰਨ ਦੀ ਲੋੜ ਨਹੀਂ। ਲੋੜ ਹੈ ਤਾਂ ਕੁਝ ਵਕਤ ਦੇਣ ਦੀ, ਲੋੜ ਹੈ ਤਾਂ ਕੁਝ ਚੀਜ਼ਾਂ ਨੂੰ ਸਮਝਣ ਦੀ, ਜਾਂ ਫਿਰ ਅਗਰ ਤੁਹਾਡੇ ਕੋਲ ਵਕਤ ਜਾਂ ਸਮਾਂ ਨਹੀਂ ਹੈ ਤਾਂ ਤੁਸੀਂ ਕਿਸੇ ਨਾ ਕਿਸੇ ਐਡਵਾਈਜ਼ਰ ਨਾਲ ਮਿਲ ਕੇ ਵੀ ਤੁਸੀਂ ਇਹ ਪਲਾਨ ਕਰ ਸਕਦੇ ਹੋ ਕਿ ਤੁਸੀਂ ਆਪਣੇ ਫਾਈਨੈਂਸਿਸ ਨੂੰ ਕਿਵੇਂ ਮੈਨੇਜ ਕਰਨਾ ਹੈ। ਕਿਉਂਕਿ ਜਿਸ ਮਿਹਨਤ ਨਾਲ ਤੁਸੀਂ ਰਾਤ ਦਿਨ ਇੱਕ ਕਰਕੇ ਪੜ੍ਹਾਈ ਔਰ ਕੰਮ ਦੇ ਬੈਲੈਂਸ ਨੂੰ ਬਣਾ ਕੇ ਆਪਣੀ ਜ਼ਿੰਦਗੀ ਨੂੰ ਸੈਟਲ ਕਰਨ ਦਾ ਸੋਚ ਰਹੇ ਹੋ, ਉਸ ਦੇ ਵਿੱਚ ਤੁਹਾਡੀ ਫਾਈਨੈਂਸ਼ੀਅਲ ਮੈਨੇਜਮੈਂਟ ਬਹੁਤ ਵੱਡਾ ਰੋਲ ਪਲੇ ਕਰੇਗੀ। ਕਿਉਂਕਿ ਇੱਕ ਸਾਲ ਵੇਸਟ ਕੀਤਾ ਤੁਹਾਡੇ ਇੱਕ ਡਿਸੀਜਨ ਨੂੰ ਇੱਕ ਸਾਲ ਹੋਰ ਅੱਗੇ ਪਾ ਦੇਗਾ, ਔਰ ਕੋਈ ਗਲਤ ਡਿਸੀਜਨ, ਗਲਤ ਫਾਈਨੈਂਸ਼ੀਅਲ ਮੈਨੇਜਮੈਂਟ ਹੋ ਸਕਦਾ ਹੈ ਕਿ ਬਹੁਤ ਲੰਬੇ ਸਮੇਂ ਤੱਕ ਤੁਹਾਡੇ ਪੈਰ ਲੱਗਣ ਨਾ ਦੇਵੇ। ਇਸ ਲਈ ਜੇਕਰ ਤੁਸੀਂ ਖੁਦ ਇਸ ਮੈਨੇਜਮੈਂਟ ਨੂੰ ਕਰ ਸਕਦੇ ਹੋ, ਆਪਣੇ ਫਾਈਨੈਂਸਿਸ ਨੂੰ ਮੈਨੇਜ ਕਰ ਸਕਦੇ ਹੋ, ਤਾਂ ਬਹੁਤ ਹੀ ਵਧੀਆ ਗੱਲ ਹੈ। ਨਹੀਂ ਤਾਂ ਤੁਸੀਂ ਕੋਈ ਸੂਟੇਬਲ ਜਾਂ ਜਿਸ ਐਡਵਾਈਜ਼ਰ ਨੂੰ ਤੁਸੀਂ ਜਾਣਦੇ ਹੋ ਉਸ ਨਾਲ ਗੱਲਬਾਤ ਕਰਕੇ ਆਪਣੇ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਇਸ਼ੂਜ਼ ਨੂੰ ਰਿਜ਼ੋਲਵ ਕਰ ਸਕਦੇ ਹੋ, ਤਾਂ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਨਾ ਕਰੋ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਹੋਰ ਕਿਸੇ ਵੀ ਤਰੀਕੇ ਦੀ ਐਡਵਾਈਸ ਫਾਈਨੈਂਸਿਸ ਨੂੰ ਲੈ ਕੇ ਕਿ ਤੁਸੀਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਕਿਸ ਤਰੀਕੇ ਨਾਲ ਕਰ ਸਕਦੇ ਹੋ, ਤਾਂ ਤੁਸੀਂ ਮੈਨੂੰ ਵੀ ਮੇਰੇ ਨੰਬਰ 'ਤੇ ਡਾਇਰੈਕਟ ਕੰਟੈਕਟ ਕਰ ਸਕਦੇ ਹੋ। ਲੇਕਿਨ ਮੈਂ ਇੱਥੇ ਤੁਹਾਨੂੰ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਕਿ ਆਈ ਨੀਡ ਯੂਅਰ ਸਪੋਰਟ। ਤੁਸੀਂ ਮੇਰਾ ਇਹ ਚੈਨਲ ਲਾਈਕ
ਸ਼ੇਅਰ ਤੇ ਸਬਸਕ੍ਰਾਈਬ ਕਰੋਗੇ ਤਾਂ ਇਸ ਚੈਨਲ ਨੂੰ ਸਪੋਰਟ ਮਿਲੇਗੀ ਤਾਂ ਕਿ ਹਰ ਸੋਮਵਾਰ ਮੈਂ ਤੁਹਾਡੇ ਲਈ ਕੋਈ ਨਾ ਕੋਈ ਨਵਾਂ ਫੰਡਾ ਲੈ ਕੇ ਆਵਾਂਗਾ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਐਵਰੀ ਮੰਡੇ ਯੂ ਡੋਂਟ ਮਿਸ ਸਿੰਘ ਦੇ ਫੰਡੇ।